ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਵਿਚਾਰ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਆਪਣੀ ਅੱਜ ਦੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ, ਕਿਉਂਕਿ ਅੱਜ ਦੀ ਵੀਡੀਓ ਨੂੰ ਸੁਣ ਕੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਪਛਤਾਉਣਾ ਨਹੀਂ ਪਵੇਗਾ। ਸਾਡੀ ਜ਼ਿੰਦਗੀ ਦੇ ਵਿੱਚੋਂ ਗਲਤੀਆਂ ਦੀ ਗੁੰਜਾਇਸ਼ ਘਟ ਜਾਵੇਗੀ। तो फिर आओ अज दी वीडियो शुरू करते हैं। देखो जी, साडे सियाणे बजुर्ग सानू हमेशा ये गल समझाउंदे आ, असल समझदार वो मनुख हुंदा है जो दूसरियां दीयां गलतियां तो सिख जांदा है। जिवें संभलण दे लई डिगना जरूरी नहीं हुंदा, आपां दूसरियां नू डिगदियां नू देख के संभलना सिख सकदे आ, क्योंकि जिंदगी बहुत छोटी आ, ये जिंदगी बड़ी सोहनी आ। तां इस करके आपां इस सोहनी जिंदगी नू गलतियां करके गवाउणा नहीं आ। तां अज दी वीडियो दे विच आपां एक कहानी आप जी दे नाल सांझी करन जा रहे हां। इस दे विच जो सिक्ख्या है ना, उहनू समझना बहुत जरूरी आ, क्योंकि जेकर आपां अज दी कहानी दी इस सिक्ख्या नू समझ लिया तां सानू अगे चल के पछताउणा नहीं पवेगा। तां आओ कहानी शुरू करते हैं। इनू अंत तक ध्यान दे नाल जरूर सुनो। कहंदे एक बार दी गल आ कि एक संत जी अपने कुछ चेलियां दे नाल एक पिंड दे विचों लंघ रहे सी। तां उस संत जी दा ध्यान एक आदमी वल पिया। जो आदमी एक रुख दे हेठां बैठा सी, ओ मनुख कदे उच्ची उच्ची रो रिहा सी, कदे उच्ची उच्ची हस रिहा सी। संत जी अते संत जी दे चेले उस मनुख नू देख के बड़े ही हैरान होए। उस मनुख वल अगे वधे, ਉਹਦੇ पास पहुंचे। इस तो पहला कि संत जी उस मनुख नू कोई सवाल करदे, ਉਹ मनुख आप मुहारे ही बोल पिया ਅਤੇ ਕਹਿਣ ਲੱਗਾ कि संत जी तुसी सच्चे सी, मैं झूठा सां, मैं अनजान सां, मैं बेवकूफ सां, जो तुहाडीਆਂ ਗੱਲਾਂ ਨੂੰ ਸਮਾਂ ਰਹਿੰਦਿਆਂ समझ नहीं सकिया। सारी उम्र मैं तुहाडा अपमान करदा रहा। ये गल कह के वो आदमी उच्ची उच्ची फिर तो रोन लगा। संत जी ने अगे वध के उस मनुख दीयां अखां पूंजियां अते कहंदे, संत जी उस मनुख वाल बड़े ही प्यार नाल तकण लगे। फिर संत जी ने अपनी बगली दे विचों 2 रोटियां कड्ढियां अते उस मनुख नूं खाण दे लई दे दित्तियां। ओ मनुख सचमुच बड़ा भुखा लग रिहा सी। उन्हें जल्दी दे नाल ओ 2 रोटियां खाधियां, पानी पीता, पर रोटी खांदियां होया भी ਉਹ ਮਨੁੱਖ ਉਸੇ ਤਰ੍ਹਾਂ ਕਰ ਰਿਹਾ ਸੀ, ਭਾਵ ਕਿ ਕਦੇ ਰੋ ਰਿਹਾ ਸੀ, ਕਦੇ ਹੱਸ ਰਿਹਾ ਸੀ। ਸੰਤ ਜੀ ਅਤੇ ਸੰਤ ਜੀ ਦੇ ਚੇਲੇ ਇਹ ਸਭ ਕੁਝ ਦੇਖ ਰਹੇ ਸੀ। ਸੰਤ ਜੀ ਤਾਂ ਸਭ ਕੁਝ ਜਾਣਦੇ ਸੀ, ਪਰ ਸੰਤ ਜੀ ਦੇ ਚੇਲਿਆਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਸੀ। ਉਹਨਾਂ ਨੂੰ ਇੰਜ ਲੱਗ ਰਿਹਾ ਸੀ ਕਿ ਜਿਵੇਂ ਇਹ ਮਨੁੱਖ ਪਾਗਲ ਹੋਵੇ। ਤਾਂ ਕਹਿੰਦੇ ਇੱਕ ਚੇਲੇ ਤੋਂ ਰਿਹਾ ਨਹੀਂ ਗਿਆ। ਉਹਨੇ ਸੰਤ ਜੀ ਨੂੰ ਪੁੱਛ ਲਿਆ, ਕਹਿਣ ਲੱਗਾ ਕਿ ਸੰਤ ਜੀ, ਕੀ ਤੁਸੀਂ ਇਸ ਮਨੁੱਖ ਨੂੰ ਜਾਣਦੇ ਹੋ ਕਿ ਇਹ ਕੌਣ ਆ? ਸਾਨੂੰ ਤਾਂ ਇਹ ਮਨੁੱਖ ਪਾਗਲ ਲੱਗ ਰਿਹਾ ਹੈ। ਤੇ ਕਹਿੰਦੇ ਸੰਤ ਜੀ ਨੇ ਕਿਹਾ ਕਿ ਨਹੀਂ, ਇਹ ਮਨੁੱਖ ਪਾਗਲ ਨਹੀਂ ਆ, ਇਹ ਮਨੁੱਖ ਨੂੰ ਤਾਂ ਗਿਆਨ ਦੀ ਪ੍ਰਾਪਤੀ ਹੋਈ ਆ, ਇਹ ਮਨੁੱਖ ਬਹੁਤ ਸਿਆਣਾ ਹੈ। ਤੁਸੀਂ ਵੀ ਇਸ ਮਨੁੱਖ ਦੇ ਕੋਲ ਬੈਠੋ, ਇਹਦੇ ਨਾਲ ਗੱਲਾਂ ਬਾਤਾਂ ਕਰੋ ਅਤੇ ਇਸ ਕੋਲੋਂ ਗਿਆਨ ਹਾਸਲ ਕਰੋ। ਕਹਿੰਦੇ ਚੇਲਿਆਂ ਦਾ ਮਨ ਤਾਂ ਨਹੀਂ ਸੀ ਮੰਨ ਰਿਹਾ, ਕਿਉਂਕਿ ਦੇਖਣ ਨੂੰ ਉਹ ਮਨੁੱਖ ਪਾਗਲ ਲੱਗ ਰਿਹਾ ਸੀ, ਕਦੀ ਹੱਸ ਰਿਹਾ ਸੀ, ਕਦੀ ਰੋ ਰਿਹਾ ਸੀ, ਪਰ ਫੇਰ ਵੀ ਸੰਤ ਜੀ ਦਾ ਕਿਹਾ ਮੋੜ ਨਹੀਂ ਸੀ ਸਕਦੇ। ਉਹਨਾਂ ਨੇ ਸੰਤ ਜੀ ਦੀ ਗੱਲ ਮੰਨ ਕੇ ਉਸ ਬਜ਼ੁਰਗ ਦੇ ਕੋਲ ਬੈਠ ਗਏ ਅਤੇ ਜਾ ਕੇ ਉਸ ਬਜ਼ੁਰਗ ਨੂੰ ਪਹਿਲਾ ਸਵਾਲ ਕੀਤਾ ਕਿ ਬਜ਼ੁਰਗੋ, ਸਾਨੂੰ ਤੁਹਾਡੇ ਰੋਣ ਅਤੇ ਹੱਸਣ ਵਾਲੀ ਗੱਲ ਸਮਝ ਵਿੱਚ ਨਹੀਂ ਆਈ। ਕੀ ਤੁਸੀਂ ਇਸ ਤਰ੍ਹਾਂ ਦੇ ਨਾਲ ਰੋਣ ਅਤੇ ਹੱਸਣ ਦਾ ਸਾਨੂੰ ਕਾਰਨ ਦੱਸ ਸਕਦੇ ਹੋ? ਤੇ ਕਹਿੰਦੇ ਉਹ ਬਜ਼ੁਰਗ ਨੇ ਦੱਸਿਆ ਕਿ ਬਹੁਤ ਸਮਾਂ ਪਹਿਲਾਂ ਮੈਂ ਇਹਨਾਂ ਸੰਤਾਂ ਨੂੰ ਮਿਲਿਆ ਸੀ, ਤਾਂ ਇਹ ਸੰਤ ਜੀ ਦੇ ਉਪਦੇਸ਼ ਸੁਣੇ, ਪਰ ਮੈਨੂੰ ਇਹਨਾਂ ਦੇ ਉਪਦੇਸ਼ ਬਿਲਕੁਲ ਵੀ ਚੰਗੇ ਨਹੀਂ ਸੀ ਲੱਗਦੇ, ਕਿਉਂਕਿ ਮੈਨੂੰ ਇੰਜ ਲੱਗਦਾ ਸੀ ਕਿ ਇਹ ਸੰਤ ਦੇ ਜੋ ਵਿਚਾਰ ਨੇ, ਜੋ ਇਹਦੇ ਉਪਦੇਸ਼ ਨੇ, ਬਿਲਕੁਲ ਬੇਕਾਰ ਆ। ਮੈਂ ਸੋਚਦਾ ਸੀ ਕਿ ਜ਼ਿੰਦਗੀ ਨੂੰ ਜਿਉਣ ਦੇ ਲਈ ਅਤੇ ਜ਼ਿੰਦਗੀ ਦੇ ਵਿੱਚ ਕਾਮਯਾਬੀ ਹਾਸਲ ਕਰਨ ਦੇ ਲਈ ਇਸ ਸੰਤ ਦੇ ਵਿਚਾਰ ਰੁਕਾਵਟ ਆ। ਇਸ ਕਰਕੇ ਮੈਂ ਇਹਨਾਂ ਦੇ ਵਿਚਾਰਾਂ ਦੀ, ਉਪਦੇਸ਼ਾਂ ਦੀ ਬਿਲਕੁਲ ਵੀ ਕਦਰ ਨਹੀਂ ਸੀ ਕਰਦਾ। ਇਹਨਾਂ ਦੇ ਵਿਚਾਰਾਂ ਨੂੰ ਬੇਕਾਰ ਸਮਝਦਾ ਸੀ ਅਤੇ ਹੋਰਾਂ ਲੋਕਾਂ ਨੂੰ ਵੀ ਇਹੀ ਸਲਾਹ ਦਿੰਦਾ ਸੀ ਕਿ ਤੁਸੀਂ ਵੀ ਭੁੱਲ ਕੇ ਕਿਤੇ ਇਸ ਸੰਤ ਦੇ ਮੰਗਰ ਨਾ ਲੱਗਿਓ, ਇਹ ਝੂਠ ਬੋਲਦਾ ਹੈ,
ਇਹ ਤੁਹਾਨੂੰ ਮਗਰ ਲਾਉਣ ਦੇ ਲਈ ਨਵੀਆਂ ਗੱਲਾਂ ਬਣਾ ਕੇ ਤੁਹਾਨੂੰ ਦੱਸਦਾ ਹੈ। ਇਸ ਕਰਕੇ ਮੈਂ ਸੰਤ ਜੀ ਦੇ ਖਿਲਾਫ ਕੁਝ ਨਾ ਕੁਝ ਬੋਲਦਾ ਰਹਿੰਦਾ, ਲੋਕਾਂ ਨੂੰ ਸੰਤ ਜੀ ਦੇ ਖਿਲਾਫ ਭੜਕਾਉਂਦਾ ਰਹਿੰਦਾ, ਕਿਉਂਕਿ ਸੰਤ ਜੀ ਦੇ ਵਿਚਾਰ ਮੈਨੂੰ ਇਸ ਕਰਕੇ ਚੰਗੇ ਨਹੀਂ ਸੀ ਲੱਗਦੇ, ਕਿਉਂਕਿ ਸੰਤ ਜੀ ਹਮੇਸ਼ਾ ਸਮਝਾਉਂਦੇ ਸੀ ਕਿ ਪੈਸੇ ਦਾ ਲਾਲਚ ਮਨੁੱਖ ਨੂੰ ਦੁੱਖ ਦਿੰਦਾ ਹੈ। ਸੰਤ ਜੀ ਗੱਲ ਕਰਦੇ ਸੀ ਕਿ ਝੂਠ ਨਹੀਂ ਬੋਲਣਾ ਚਾਹੀਦਾ, ਨਸ਼ਾ ਨਹੀਂ ਕਰਨਾ ਚਾਹੀਦਾ, ਅਤੇ ਇਹ ਤਿੰਨੇ ਹੀ ਚੀਜ਼ਾਂ ਮੇਰਾ ਸ਼ੌਂਕ ਸੀ। ਇਹ ਤਿੰਨੇ ਕੰਮ ਮੈਂ ਉਸ ਵੇਲੇ ਕਰਦਾ ਸੀ। ਮੈਂ ਆਪਣੇ ਕਾਰੋਬਾਰ ਨੂੰ ਵਧਾਉਣ ਦੇ ਲਈ, ਪੈਸਾ ਕਮਾਉਣ ਦੇ ਲਈ ਹਰ ਵੇਲੇ ਝੂਠ ਬੋਲਦਾ ਸੀ, ਅਤੇ ਜਦੋਂ ਦਿਨ ਭਰ ਦਾ ਥੱਕਿਆ ਟੁੱਟਿਆ ਘਰ ਆਉਂਦਾ ਸੀ ਤਾਂ ਸ਼ਰਾਬ ਪੀ ਕੇ ਆਪਣੀ ਥਕਾਵਟ ਦੂਰ ਕਰਦਾ ਸੀ। ਭਾਵ ਕਿ ਇਹ ਤਿੰਨੋਂ ਹੀ ਕੰਮ ਮੈਂ ਰੋਜ਼ ਕਰਦਾ ਸੀ। ਪੈਸਾ ਕਮਾਉਣ ਦੇ ਲਈ ਝੂਠ ਬੋਲਦਾ, ਨਸ਼ੇ ਦਾ ਸੇਵਨ ਕਰਦਾ, ਅਤੇ ਸੰਤ ਜੀ ਇਹ ਤਿੰਨਾਂ ਕੰਮਾਂ ਤੋਂ ਰੋਕਦੇ ਸੀ। ਇਸੇ ਕਰਕੇ ਮੈਨੂੰ ਇਹ ਬਿਲਕੁਲ ਵੀ ਚੰਗੇ ਨਹੀਂ ਸੀ ਲੱਗਦੇ। ਮੈਂ ਬਹੁਤ ਕੋਸ਼ਿਸ਼ ਕਰਦਾ ਰਹਿੰਦਾ ਕਿ ਕਿਵੇਂ ਨਾ ਕਿਵੇਂ ਕਰਕੇ ਇਸ ਸੰਤ ਦਾ ਪ੍ਰਚਾਰ ਰੋਕਿਆ ਜਾਵੇ। ਹਾਲਾਂਕਿ ਮੈਂ ਦੇਖਦਾ ਸੀ ਕਿ ਜੋ ਲੋਕ ਸੰਤ ਜੀ ਦੀਆਂ ਗੱਲਾਂ ਨੂੰ ਸੁਣਦੇ ਆ, ਉਹਨਾਂ ਦੀਆਂ ਗੱਲਾਂ ਨੂੰ ਮੰਨਦੇ ਆ, ਉਹ ਹੋਰਨਾਂ ਦੇ ਮੁਕਾਬਲੇ ਸੁਖੀ ਵੀ ਸੀ, ਖੁਸ਼ ਵੀ ਸੀ। ਉਹਨਾਂ ਦੇ ਕੋਲ ਬਹੁਤ ਸਾਰਾ ਪੈਸਾ ਨਹੀਂ ਸੀ, ਪਰ ਫਿਰ ਵੀ ਪੈਸੇ ਵਾਲਿਆਂ ਦੇ ਨਾਲੋਂ ਜ਼ਿਆਦਾ ਸੁਖੀ ਸੀ। ਪਰ ਮੈਂ ਉਹਨਾਂ ਤੋਂ ਸਿੱਖਣ ਦੀ ਬਜਾਏ ਈਰਖਾ ਕਰਦਾ ਸੀ, ਹਮੇਸ਼ਾ ਆਪਣੇ ਮਨਾਈ ਕਰਦਾ ਸੀ। ਇਸੇ ਕਰਕੇ ਮੈਂ ਅੱਜ ਰੋ ਰਿਹਾ ਹਾਂ, ਕਿਉਂਕਿ ਮੈਂ ਉਸ ਵੇਲੇ ਇਹਨਾਂ ਦੀ ਗੱਲ ਨਹੀਂ ਮੰਨੀ। ਜੇ ਕਿਤੇ ਸਮਾਂ ਰਹਿੰਦਿਆਂ ਮੈਂ ਇਹਨਾਂ ਦੀ ਗੱਲ ਮੰਨ ਲਈ ਹੁੰਦੀ ਤਾਂ ਮੇਰੇ ਇਹ ਹਾਲਾਤ ਨਾ ਬਣਦੇ, ਮੈਨੂੰ ਪਛਤਾਉਣਾ ਨਾ ਪੈਂਦਾ। ਇਸੇ ਕਰਕੇ ਹੀ ਮੈਂ ਰੋ ਰਿਹਾ ਹਾਂ ਅਤੇ ਹੱਸ ਇਸ ਕਰਕੇ ਰਿਹਾ ਹਾਂ ਕਿਉਂਕਿ ਮੇਰੇ ਵਾਲੀ ਗਲਤੀ ਮੇਰੇ ਆਸ-ਪਾਸ ਲੋਕ ਕਰ ਰਹੇ ਨੇ, ਕਿਉਂਕਿ ਉਹ ਵੀ ਮੇਰੇ ਵਾਂਗ ਅੱਜ ਇਸ ਗੱਲ ਨੂੰ ਸਮਝ ਨਹੀਂ ਰਹੇ, ਪਰ ਬਾਅਦ ਵਿੱਚ ਮੇਰੇ ਵਾਂਗ ਪਛਤਾਉਣਗੇ। ਕਾਸ਼ ਮੈਂ ਵੀ ਸਮਾਂ ਰਹਿੰਦਿਆਂ ਸਮਝ ਜਾਂਦਾ। ਤੇ ਕਹਿੰਦੇ ਇਹ ਕਹਿ ਕੇ ਉਹ ਬਜ਼ੁਰਗ, ਉਹ ਮਨੁੱਖ ਚੁੱਪ ਹੋ ਗਿਆ। ਤੇ ਕਹਿੰਦੇ ਫਿਰ ਚੇਲਿਆਂ ਨੇ ਅਗਲਾ ਸਵਾਲ ਕੀਤਾ। ਚੇਲਿਆਂ ਨੇ ਉਸ ਮਨੁੱਖ ਨੂੰ ਪੁੱਛਿਆ ਕਿ ਬਜ਼ੁਰਗੋ, ਤੁਹਾਡੇ ਵਿੱਚ ਇਹ ਬਦਲਾਵ ਕਿੰਜ ਆਇਆ? ਕਿਉਂਕਿ ਪਹਿਲਾਂ ਤਾਂ ਤੁਹਾਨੂੰ ਇਹ ਗੱਲਾਂ ਝੂਠ ਲੱਗਦੀਆਂ ਸੀ, ਹੁਣ ਇਹ ਗੱਲਾਂ ਸੱਚ ਕਿਉਂ ਲੱਗਦੀਆਂ ਨੇ? ਇਹ ਬਦਲਾਵ ਕਿਸ ਤਰ੍ਹਾਂ ਆਇਆ? ਤੁਹਾਨੂੰ ਕਿੰਜ ਗਿਆਨ ਦੀ ਪ੍ਰਾਪਤੀ ਹੋਈ? ਸਾਡੇ ਨਾਲ ਵੀ ਉਹ ਗੱਲ ਸਾਂਝੀ ਕਰੋ ਤਾਂ ਜੋ ਸਾਡੇ ਵੀ ਗਿਆਨ ਦੇ ਵਿੱਚ ਵਾਧਾ ਹੋਵੇ। ਤੇ ਕਹਿੰਦੇ ਫਿਰ ਉਹ ਮਨੁੱਖ ਕਹਿਣ ਲੱਗਾ ਕਿ ਤੁਸੀਂ ਜਿਸ ਸੰਤ ਜੀ ਦੇ ਚੇਲੇ ਹੋ ਨਾ, ਉਹਨਾਂ ਨੇ ਜ਼ਿੰਦਗੀ ਨੂੰ ਜਿੰਨੀ ਗਹਿਰਾਈ ਦੇ ਨਾਲ ਦੇਖਿਆ ਹੈ, ਪੜ੍ਹਿਆ ਹੈ, ਸੁਣਿਆ ਹੈ, ਉਹਨਾਂ ਦੀ ਤਰ੍ਹਾਂ ਤਾਂ ਨਹੀਂ ਮੈਂ ਤੁਹਾਨੂੰ ਸਮਝਾ ਸਕਦਾ, ਪਰ ਹਾਂ ਜੋ ਗੱਲ ਮੈਂ ਆਪਣੀ ਜ਼ਿੰਦਗੀ ਤੋਂ ਸਿੱਖੀ ਹੈ ਨਾ, ਉਹ ਗੱਲ ਤੁਹਾਨੂੰ ਜ਼ਰੂਰ ਦੱਸ ਸਕਦਾ ਹਾਂ। ਮੈਂ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ਤੇ ਆ ਕੇ ਇਹ ਗੱਲ ਸਿੱਖੀ ਆ, ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹਨੂੰ ਆਪਣੀ ਜਵਾਨੀ ਦੇ ਵਿੱਚ ਸਿੱਖੋ ਅਤੇ ਇਸ ਗੱਲ ਨੂੰ ਵੱਧ ਤੋਂ ਵੱਧ ਦੂਸਰੇ ਲੋਕਾਂ ਤੱਕ ਵੀ ਪਹੁੰਚਾਓ। ਉਹ ਬਜ਼ੁਰਗ ਕਹਿਣ ਲੱਗਾ ਕਿ ਹਰ ਇੱਕ ਮਨੁੱਖ ਇੱਕ ਦੂਸਰੇ ਤੋਂ ਅੱਗੇ ਵਧਣ ਦੀ ਲਾਲਸਾ ਲੈ ਕੇ ਦੌੜ ਰਿਹਾ ਹੈ। ਮਨੁੱਖ ਚਾਹੁੰਦਾ ਹੈ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਭ ਤੋਂ ਅੱਗੇ ਹੋਵਾਂ, ਸਭ ਤੋਂ ਅਲੱਗ ਹੋਵਾਂ, ਅਤੇ ਇਹੀ ਮੈਂ ਚਾਹੁੰਦਾ ਸੀ ਅਤੇ ਇਹ ਕੰਮ ਮੈਂ ਬਚਪਨ ਤੋਂ ਹੀ ਕਰ ਰਿਹਾ ਸੀ। ਪਹਿਲਾਂ ਬਚਪਨ ਦੇ ਵਿੱਚ ਮੈਂ ਚਾਹੁੰਦਾ ਸੀ ਕਿ ਮੈਂ ਆਪਣੇ ਸਾਰੇ ਦੋਸਤਾਂ ਤੋਂ ਅਲੱਗ ਦਿਸਾਂ, ਸੋਹਣਾ ਦਿਸਾਂ, ਮੇਰੇ ਕੋਲ ਮਹਿੰਗੇ ਕੱਪੜੇ ਹੋਣ, ਮਹਿੰਗੇ ਖਿਡੌਣੇ ਹੋਣ, ਜ਼ਿਆਦਾ ਖਿਡੌਣੇ ਹੋਣ। ਇਸੇ ਕਰਕੇ ਮੈਂ ਅਕਸਰ ਆਪਣੀ ਮਾਂ ਦੇ ਨਾਲ ਜਿੱਦ ਕਰਦਾ ਕਿ ਮੈਨੂੰ ਇਹ ਖਿਡੌਣੇ, ਇਹ ਕੱਪੜੇ ਲੈ ਕੇ ਦਿਓ। ਕਹਿੰਦੇ ਮੇਰੀ ਮਾਤਾ ਦਾ ਸੁਭਾਅ ਬੜਾ ਸਖਤ ਸੀ, ਉਹ ਅਕਸਰ ਮੈਨੂੰ ਇਹ ਕੰਮ ਕਰਨ ਤੋਂ ਰੋਕਦੀ ਸੀ। ਤਾਂ ਕਹਿੰਦੇ ਕਈ ਵਾਰ ਮੇਰੇ ਮਨ ਦੇ ਵਿੱਚ ਆਪਣੇ ਮਾਂ ਪ੍ਰਤੀ ਗੁੱਸਾ ਆ ਜਾਂਦਾ ਕਿ ਮੇਰੀ ਮਾਂ ਮੈਨੂੰ ਇਹ ਕੰਮ ਕਰਨ ਤੋਂ ਕਿਉਂ ਰੋਕਦੀ ਆ, ਅਤੇ ਮਨ ਹੀ ਮਨ ਮੈਂ ਸੋਚਦਾ ਹੁੰਦਾ ਸੀ ਕਿ ਮੈਂ ਕਦੋਂ ਵੱਡਾ ਹੋਵਾਂਗਾ, ਕਦੋਂ ਆਜ਼ਾਦ ਹੋਵਾਂਗਾ, ਕਦੋਂ ਆਪਣੀ ਮਨ ਮਰਜ਼ੀ ਦੇ ਫੈਸਲੇ ਕਰਾਂਗਾ। ਕਹਿੰਦੇ ਇੱਕ ਦਿਨ ਉਹ ਵੀ ਆ ਗਿਆ ਕਿ ਮੈਂ ਵੱਡਾ ਹੋ ਗਿਆ, ਹੁਣ ਮੈਂ ਆਪਣੀ ਮਰਜ਼ੀ ਦੇ ਫੈਸਲੇ ਕਰ ਸਕਦਾ ਸੀ, ਆਪਣੇ ਮਨਪਸੰਦ ਕੱਪੜੇ, ਖਿਡੌਣੇ ਲੈ ਸਕਦਾ ਸੀ। ਪਰ ਹੁਣ ਉਹ ਖਿਡੌਣਿਆਂ ਦੀ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਕੋਈ ਵੀ ਵੈਲਿਊ ਨਹੀਂ ਸੀ ਲੱਗਦੀ। ਮੈਨੂੰ ਇਹ ਖਿਡੌਣੇ, ਖੇਡਣ ਵਾਲੀਆਂ ਚੀਜ਼ਾਂ ਬੇਕਾਰ ਲੱਗਦੀਆਂ ਸੀ, ਕਿਉਂਕਿ ਮੈਂ ਜਵਾਨ ਹੋ ਚੁੱਕਿਆ ਸੀ। ਹੁਣ ਮੇਰੀ ਲਾਲਸਾ ਸੀ ਕਿ ਮੇਰੇ ਦੋਸਤਾਂ ਦੇ ਨਾਲੋਂ ਮੇਰੇ ਕੋਲ ਜ਼ਿਆਦਾ ਪੈਸਾ ਹੋਵੇ, ਮੇਰੇ ਕੋਲ ਵੱਡਾ ਘਰ ਹੋਵੇ, ਮੇਰੇ ਕੋਲ ਦੋਸਤਾਂ ਦੇ ਨਾਲੋਂ ਵੱਡੀ ਗੱਡੀ ਹੋਵੇ। ਫਿਰ ਮੈਂ ਇਸ ਦੌੜ ਦੇ ਵਿੱਚ ਲੱਗ ਗਿਆ ਅਤੇ ਕਿਤੇ ਨਾ ਕਿਤੇ ਜਾ ਕੇ ਮੈਂ ਆਪਣੀਆਂ ਇਹ ਇੱਛਾਵਾਂ ਪੂਰੀਆਂ ਵੀ ਕੀਤੀਆਂ। ਭਾਵ
ਕਿ ਪੈਸਾ ਵੀ ਕਮਾਉਣਾ ਸ਼ੁਰੂ ਕਰ ਦਿੱਤਾ, ਘਰ ਵੀ ਲੈ ਲਿਆ, ਗੱਡੀ ਵੀ ਲੈ ਲਈ। ਮੈਂ ਆਪਣੇ ਪੈਰਾਂ ਤੇ ਖੜਾ ਹੋ ਗਿਆ, ਮੈਂ ਕਮਾ ਰਿਹਾ ਸੀ, ਮੈਂ ਆਪਣੀਆਂ ਇੱਛਾਵਾਂ ਨੂੰ ਪੂਰੀਆਂ ਕਰ ਰਿਹਾ ਸੀ। ਕਹਿੰਦਾ ਮੇਰੇ ਘਰਦਿਆਂ ਨੇ ਮੇਰਾ ਵਿਆਹ ਕਰ ਦਿੱਤਾ। ਮੇਰੀ ਘਰ ਵਾਲੀ ਸੋਹਣੀ ਅਤੇ ਸਮਝਦਾਰ ਸੀ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਕਿ ਮੈਨੂੰ ਸਭ ਕੁਝ ਮਿਲ ਗਿਆ ਹੈ। ਪਰ ਕੁਝ ਸਾਲ ਬੀਤੇ ਤਾਂ ਮੇਰੀ ਚਿੰਤਾ ਵੱਧ ਗਈ, ਕਿਉਂਕਿ ਵਿਆਹ ਨੂੰ ਕੁਝ ਸਮਾਂ ਬੀਤ ਗਿਆ ਸੀ ਪਰ ਮੇਰੇ ਘਰ ਔਲਾਦ ਨਹੀਂ ਸੀ ਹੋਈ। ਮੇਰੇ ਮਨ ਦੇ ਵਿੱਚ ਫਿਰ ਤੋਂ ਇੱਛਾਵਾਂ ਉਤਪੰਨ ਹੋਣ ਲੱਗੀਆਂ, ਈਰਖਾ ਉਤਪੰਨ ਹੋਣ ਲੱਗੀ। ਮੈਂ ਜਦ ਆਪਣੇ ਦੋਸਤਾਂ ਦੇ ਘਰ ਦੇ ਵਿੱਚ ਬੱਚਿਆਂ ਦੀਆਂ ਕਿਲਕਾਰੀਆਂ ਸੁਣਦਾ ਤਾਂ ਮਨ ਹੀ ਮਨ ਸੋਚਦਾ ਕਿ ਕਾਸ਼ ਮੇਰੇ ਵੀ ਬੱਚੇ ਹੁੰਦੇ। ਤੇ ਕਹਿੰਦੇ ਵਾਹਿਗੁਰੂ ਜੀ ਨੇ ਮੇਰੀ ਗੱਲ ਸੁਣੀ, ਮੇਰੀ ਇਹ ਇੱਛਾ ਵੀ ਪੂਰੀ ਕਰ ਦਿੱਤੀ। ਮੇਰੇ ਘਰ ਦੇ ਵਿੱਚ ਇੱਕ ਪੁੱਤਰ ਨੇ ਜਨਮ ਲਿਆ। ਕਹਿੰਦੇ ਮੈਂ ਉਸ ਪੁੱਤਰ ਦੀ ਪ੍ਰਾਪਤੀ ਕਰਕੇ ਬਹੁਤ ਖੁਸ਼ ਹੋਇਆ ਅਤੇ ਮਨ ਹੀ ਮਨ ਸੋਚਿਆ ਕਿ ਮੈਨੂੰ ਹੁਣ ਆਪਣੀ ਜ਼ਿੰਦਗੀ ਤੋਂ ਕੁਝ ਨਹੀਂ ਚਾਹੀਦਾ, ਸਭ ਕੁਝ ਮੇਰੇ ਕੋਲ ਆ। ਪਰ ਅਜੇ ਕੁਝ ਸਮਾਂ ਬੀਤਿਆ ਸੀ ਤਾਂ ਮੇਰੇ ਮਨ ਦੇ ਵਿੱਚ ਇਹ ਵਿਚਾਰ ਆਉਣ ਲੱਗੀ ਕਿ ਇੰਨੀ ਜ਼ਮੀਨ ਜਾਇਦਾਦ ਆ, ਕਿਉਂ ਨਾ ਮੇਰੇ ਕੋਲ ਵੀ 2 ਪੁੱਤਰ ਹੋਣ, ਮੇਰੇ ਬੁਢਾਪੇ ਦਾ ਸਹਾਰਾ ਬਣਨਗੇ, ਬੁਢਾਪੇ ਦੇ ਵਿੱਚ ਮੇਰੀ ਸੇਵਾ ਕਰਨਗੇ। ਕਹਿੰਦੇ ਪ੍ਰਮਾਤਮਾ ਨੇ ਮੇਰੀ ਉਹ ਇੱਛਾ ਵੀ ਪੂਰੀ ਕਰ ਦਿੱਤੀ। ਕੁਝ ਸਮੇਂ ਬਾਅਦ ਹੀ ਮੇਰੇ ਘਰ ਇੱਕ ਹੋਰ ਪੁੱਤਰ ਨੇ ਜਨਮ ਲਿਆ। ਹੁਣ ਤਾਂ ਮੈਨੂੰ ਲੱਗਦਾ ਕਿ ਮੈਂ ਦੁਨੀਆ ਦਾ ਸਭ ਤੋਂ ਧਨਵਾਨ ਵਿਅਕਤੀ ਆ। ਮੇਰੇ ਕੋਲ ਪੈਸਾ ਵੀ ਸੀ, ਮੇਰੇ ਕੋਲ ਪੁੱਤਰ ਵੀ ਸੀ, ਮਾਣ ਸੀ, ਰੁਤਬਾ ਸੀ। ਇਸ ਕਰਕੇ ਮੈਂ ਆਪਣੇ ਆਪ ਨੂੰ ਸਭ ਤੋਂ ਉੱਚਾ ਸਮਝਦਾ, ਧਨਵਾਨ ਸਮਝਦਾ। ਕਿਤੇ ਨਾ ਕਿਤੇ ਇਸ ਗੱਲ ਦਾ ਹੰਕਾਰ ਵੀ ਸੀ ਮੇਰੇ ਮਨ ਦੇ ਅੰਦਰ। ਕਹਿੰਦੇ ਸਮਾਂ ਬੀਤਦਾ ਗਿਆ, ਮੇਰੇ ਵਪਾਰ ਦੇ ਵਿੱਚ ਦਿਨੋਂ ਦਿਨ ਵਾਧਾ ਹੁੰਦਾ ਗਿਆ। ਮੇਰੇ ਪਿਤਾ ਜੀ, ਉਹਨਾਂ ਦੀ ਉਮਰ ਢਲ ਚੁੱਕੀ ਸੀ, ਉਹ ਬਜ਼ੁਰਗ ਹੋ ਚੁੱਕੇ ਸੀ। ਮੈਂ ਜਵਾਨੀ ਦੇ ਪੜਾਅ ਵਿੱਚ ਸੀ। ਤਾਂ ਕਹਿੰਦਾ ਮੈਂ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਕੰਮਕਾਰ ਕਰਦਾ, ਆਪਣੇ ਵਪਾਰ ਨੂੰ ਹੋਰ ਅੱਗੇ ਵਧਾਉਂਦਾ ਗਿਆ। ਆਪਣੇ ਪੁੱਤਰਾਂ ਦਾ ਪਾਲਣ ਪੋਸ਼ਣ ਬੜੇ ਹੀ ਚੰਗੇ ਤਰੀਕੇ ਦੇ ਨਾਲ ਕੀਤਾ, ਬੜਾ ਸੋਹਣਾ ਉਹਨਾਂ ਨੂੰ ਪੜਾਇਆ ਲਿਖਾਇਆ। ਕਹਿੰਦਾ ਮੇਰੇ ਪੁੱਤਰ ਪੜ ਰਹੇ ਸੀ ਕਿ ਇੱਕ ਦਿਨ ਮੇਰੀ ਪਤਨੀ ਮੇਰੇ ਕੋਲ ਆ ਕੇ ਮੈਨੂੰ ਕਹਿਣ ਲੱਗੀ ਕਿ ਦੇਖੋ ਤੁਸੀਂ ਅੱਜ ਇੱਕ ਕਾਮਯਾਬ ਸਫਲ ਵਿਅਕਤੀ ਹੋ, ਤੁਸੀਂ ਬਹੁਤ ਮਿਹਨਤ ਕਰਦੇ ਹੋ, ਤੁਸੀਂ ਆਪਣੇ ਪਿਤਾ ਜੀ ਦੇ ਵਪਾਰ ਨੂੰ ਕਿੱਥੋਂ ਲੈ ਕੇ ਕਿੱਥੋਂ ਤੱਕ ਪਹੁੰਚਾ ਦਿੱਤਾ। ਇਹ ਸਾਰਾ ਤੁਹਾਡੀ ਮਿਹਨਤ ਦਾ ਫਲ ਆ। ਇਸ ਕਰਕੇ ਤੁਸੀਂ ਆਪਣੇ ਪਿਤਾ ਜੀ ਦੇ ਨਾਲ ਗੱਲ ਕਰੋ ਤਾਂ ਜੋ ਉਹ ਸਾਰੀ ਜ਼ਮੀਨ ਜਾਇਦਾਦ ਤੁਹਾਡੇ ਨਾਮ ਲਗਾ ਦੇਣ, ਕਿਉਂਕਿ ਪਿਤਾ ਜੀ ਬਜ਼ੁਰਗ ਹੋ ਚੁੱਕੇ ਨੇ। ਹੁਣ ਉਹ ਬਹੁਤਾ ਕੰਮਕਾਰ ਵੀ ਨਹੀਂ ਕਰਦੇ, ਦੌੜ ਭੱਜ ਕਰਨ ਜੋਗੇ ਨਹੀਂ ਆ। ਇਸ ਕਰਕੇ ਤੁਸੀਂ ਉਹਨਾਂ ਨੂੰ ਕਹੋ ਕਿ ਸਾਰਾ ਕੁਝ ਤੁਹਾਡੇ ਨਾਮ ਕਰ ਦੇਣ ਅਤੇ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਜਾਣ ਅਤੇ 4 ਧਾਮ ਦੀ ਯਾਤਰਾ ਤੇ ਚਲੇ ਜਾਣ। ਕਹਿੰਦੇ ਪਤਨੀ ਦੇ ਮੂੰਹੋਂ ਇਹ ਗੱਲ ਸੁਣ ਕੇ ਮੈਨੂੰ ਇਹ ਸਲਾਹ ਬੜੀ ਚੰਗੀ ਲੱਗੀ। ਕਹਿੰਦਾ ਮੈਂ ਆਪਣੇ ਪਿਤਾ ਜੀ ਦੇ ਕੋਲ ਗਿਆ, ਜਾ ਕੇ ਕਿਹਾ ਕਿ ਪਿਤਾ ਜੀ ਸਾਰੀ ਉਮਰ ਤੁਸੀਂ ਕੰਮਕਾਰ ਕਰ ਲਿਆ ਹੈ, ਹੁਣ ਇਹ ਜ਼ਿੰਮੇਵਾਰੀ ਮੈਨੂੰ ਦਿਓ ਅਤੇ ਤੁਸੀਂ ਹੁਣ ਰੱਬ ਦਾ ਨਾਮ ਲਓ, ਇਹ ਜ਼ਿੰਮੇਵਾਰੀਆਂ ਮੈਨੂੰ ਚੁਕਾ ਦਿਓ। ਕਹਿੰਦੇ ਪਰ ਮੇਰੇ ਪਿਤਾ ਜੀ ਨੇ ਮੇਰੀ ਗੱਲ ਨਹੀਂ ਮੰਨੀ। ਉਹਨਾਂ ਨੇ ਸਾਰੀ ਜ਼ਮੀਨ ਜਾਇਦਾਦ ਮੇਰੇ ਨਾਮ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਜਿੰਦੇ ਜੀ ਮੈਂ ਇਹ ਸਭ ਕੁਝ ਤੇਰੇ ਨਾਮ ਨਹੀਂ ਕਰ ਸਕਦਾ। ਕਹਿੰਦੇ ਇਹ ਗੱਲ ਸੁਣ ਕੇ ਮੈਨੂੰ ਬੜਾ ਦੁੱਖ ਹੋਇਆ। ਹੁਣ ਉਹ ਪਿਤਾ ਜੀ ਮੈਨੂੰ ਬੋਝ ਲੱਗਣ ਲੱਗ ਗਏ। ਹੁਣ ਮੈਨੂੰ ਇੰਜ ਲੱਗਦਾ ਕਿ ਜਿਵੇਂ ਮੈਂ ਇੱਕ ਗੁਲਾਮ ਆ, ਮੈਂ ਛੇਤੀ ਆਜ਼ਾਦ ਹੋਵਾਂ। ਜਿਹੜੇ ਸਾਈਨ, ਜਿਹੜੇ ਦਸਤਖਤ ਮੈਨੂੰ ਆਪਣੇ ਪਿਤਾ ਜੀ ਤੋਂ ਕਰਵਾਉਣੇ ਪੈਂਦੇ ਸਨ, ਮੈਨੂੰ ਉਹ ਵੀ ਚੁੱਭਦੇ ਸੀ। ਮੈਂ ਚਾਹੁੰਦਾ ਸੀ ਕਿ ਹੁਣ ਸਾਰਾ ਕੁਝ ਮੇਰੇ ਹੱਥ ਵੱਸ ਹੋ ਜਾਵੇ। ਕਹਿੰਦੇ ਇਦਾਂ ਹੀ ਸਮਾਂ ਬੀਤਦਾ ਗਿਆ। ਇੱਧਰ ਮੇਰੇ ਪੁੱਤਰ ਪੜ੍ਹ ਲਿਖ ਗਏ, ਮੇਰੇ ਕੰਮਕਾਰ ਦੇ ਵਿੱਚ ਹੱਥ ਵਟਾਉਣ ਜੋਗੇ ਹੋ ਗਏ। ਇੱਧਰ ਮੇਰੇ ਪਿਤਾ ਜੀ ਉਹ ਬਹੁਤ ਬਜ਼ੁਰਗ ਹੋ ਚੁੱਕੇ ਸਨ, ਬਿਰਧ ਹੋ ਚੁੱਕੇ ਸੀ। ਉਹਨਾਂ ਨੂੰ ਇੱਕ ਬਿਮਾਰੀ ਨੇ ਆਣ ਘੇਰਿਆ। ਡਾਕਟਰਾਂ ਨੂੰ ਦਿਖਾਇਆ ਤਾਂ ਡਾਕਟਰਾਂ ਨੇ ਜਵਾਬ ਦੇ ਦਿੱਤਾ ਕਿ ਤੁਹਾਡੇ ਪਿਤਾ ਜੀ ਹੁਣ ਕੁਝ ਕੁ ਦਿਨਾਂ ਦੇ ਮਹਿਮਾਨ ਨੇ, ਇਸ ਕਰਕੇ ਜੋ ਵੀ ਕੰਮਕਾਰ ਤੁਸੀਂ ਕਰਨੇ ਨੇ ਉਹ ਕਰ ਲਓ। ਜੇਕਰ ਤੁਹਾਡੀ ਕੋਈ ਜ਼ਮੀਨ ਜਾਇਦਾਦ ਆ ਉਹ ਆਪਣੇ ਨਾਮ ਕਰਵਾ ਲਓ। ਆਪਣੇ ਪਿਤਾ ਜੀ ਨੂੰ ਪੁੱਛ ਲਓ ਕਿ ਕੋਈ ਗੱਲ ਅਜਿਹੀ ਤਾਂ ਨਹੀਂ ਜੋ ਤੁਹਾਨੂੰ ਦੱਸਣੀ ਚਾਹੁੰਦੇ ਨੇ, ਕਿਉਂਕਿ ਇਹ ਕੁਝ ਕੁ ਦਿਨਾਂ ਦੇ ਮਹਿਮਾਨ ਨੇ, ਕਿਤੇ ਇਹਨਾਂ ਦੇ ਦਿਲ ਦੀਆਂ ਗੱਲਾਂ ਦਿਲ ਵਿੱਚ ਹੀ ਨਾ ਰਹਿ ਜਾਣ। ਕਹਿੰਦੇ ਜਦੋਂ ਡਾਕਟਰ ਨੇ ਪਿਤਾ ਜੀ ਨੂੰ ਜਵਾਬ ਦੇ ਦਿੱਤਾ, ਕਹਿ ਦਿੱਤਾ ਕਿ ਕੁਝ ਕੁ ਦਿਨਾਂ ਦੇ ਮਹਿਮਾਨ ਰਹਿ ਗਏ ਨੇ, ਸਾਰੇ ਕੰਮਕਾਰ ਆਪਣੇ ਨਿਬੇੜ ਲਓ, ਤਾਂ ਕਹਿੰਦੇ ਹੋਣਾ ਤਾਂ ਦੁੱਖ ਚਾਹੀਦਾ ਸੀ ਪਰ ਮਨ ਹੀ ਮਨ ਦੇ ਵਿੱਚ ਮੈਨੂੰ ਖੁਸ਼ੀ ਹੋਈ
ਕਿ ਹੁਣ ਮੈਂ ਬਿਲਕੁਲ ਆਜ਼ਾਦ ਹੋ ਜਾਵਾਂਗਾ। ਹੁਣ ਮੈਨੂੰ ਕਿਸੇ ਵੀ ਕੰਮ ਦੇ ਵਿੱਚ ਆਪਣੇ ਪਿਤਾ ਦੀ ਸਲਾਹ ਨਹੀਂ ਲੈਣੀ ਪਵੇਗੀ, ਉਹਨਾਂ ਦੇ ਦਸਤਖਤ ਦੀ ਲੋੜ ਨਹੀਂ ਪਵੇਗੀ। ਹੁਣ ਮੈਂ ਆਜ਼ਾਦ ਪੰਛੀ ਦੇ ਵਾਂਗ ਕੰਮ ਕਰ ਸਕਾਂਗਾ। ਕਹਿੰਦੇ ਮੈਂ ਜਲਦੀ ਦੇ ਨਾਲ ਸਾਰੀ ਕਾਰਵਾਈ ਕਰ ਲਈ, ਸਾਰੀ ਜ਼ਮੀਨ ਜਾਇਦਾਦ ਆਪਣੇ ਨਾਮ ਕਰਵਾ ਲਈ। ਕੁਝ ਕੁ ਦਿਨਾਂ ਦੇ ਵਿੱਚ ਮੇਰੇ ਪਿਤਾ ਜੀ ਦਾ ਦੇਹਾਂਤ ਹੋ ਗਿਆ। ਜਦ ਦੇਹਾਂਤ ਹੋਇਆ ਤਾਂ ਮੇਰੇ ਮਨ ਨੂੰ ਇੱਕ ਵਾਰ ਝਟਕਾ ਲੱਗਾ, ਦੁੱਖ ਲੱਗਾ। ਸਾਰਾ ਸੀਨ ਮੇਰੀਆਂ ਅੱਖਾਂ ਦੇ ਅੱਗੋਂ ਇੱਕ ਪਲ ਵਿੱਚ ਲੰਘ ਗਿਆ ਕਿ ਕਿਸ ਤਰ੍ਹਾਂ ਮੇਰੇ ਪਿਤਾ ਜੀ ਨੇ ਮੈਨੂੰ ਪਾਲਿਆ, ਪੋਸਿਆ, ਵੱਡਾ ਕੀਤਾ। ਸਾਰੇ ਪਲ ਯਾਦ ਆਏ। ਕੁਝ ਸਮੇਂ ਦੇ ਲਈ ਮੇਰੇ ਮਨ ਦੇ ਵਿੱਚ ਆਪਣੇ ਪਿਤਾ ਜੀ ਦੇ ਲਈ ਪਿਆਰ ਉਮੜਿਆ ਅਤੇ ਮੈਂ ਮਨ ਹੀ ਮਨ ਇੱਕ ਫੈਸਲਾ ਲਿਆ ਕਿ ਮੇਰੇ ਪਿਤਾ ਜੀ ਨੇ ਸਾਰੀ ਉਮਰ ਮੇਰੇ ਲਈ ਬਹੁਤ ਕੁਝ ਕੀਤਾ, ਮੈਨੂੰ ਇੰਨੀ ਜ਼ਮੀਨ ਜਾਇਦਾਦ ਦੇ ਗਏ ਨੇ, ਇਸ ਕਰਕੇ ਮੈਂ ਆਪਣੇ ਪਿਤਾ ਜੀ ਦੀ ਅੰਤਮ ਯਾਤਰਾ ਬੜੀ ਹੀ ਧੂਮਧਾਮ ਦੇ ਨਾਲ ਕੱਢਾਂਗਾ। ਕਹਿੰਦਾ ਮੈਂ ਆਪਣੇ ਪਿਤਾ ਜੀ ਦੀ ਅੰਤਮ ਯਾਤਰਾ ਤੇ ਕਿਸੇ ਕਿਸਮ ਦੀ ਕਸਰ ਨਾ ਛੱਡੀ। ਬਹੁਤ ਵੰਨ ਸਵੰਨੇ ਪਕਵਾਨ ਬਣਾਏ, ਬਹੁਤ ਰਿਸ਼ਤੇਦਾਰਾਂ ਨੂੰ ਬੁਲਾਇਆ। ਲੋਕ ਦੇਖ ਕੇ ਹੈਰਾਨ ਹੋ ਰਹੇ ਸੀ। ਲੋਕ ਸੋਚ ਰਹੇ ਸੀ ਕਿ ਆਪਣੇ ਪਿਤਾ ਜੀ ਨੂੰ ਕਿੰਨਾ ਪਿਆਰ ਕਰਦਾ ਸੀ ਕਿ ਉਹਦੀ ਅੰਤਮ ਯਾਤਰਾ ਇੰਨੀ ਧੂਮਧਾਮ ਦੇ ਨਾਲ ਕੱਢੀ। ਕਹਿੰਦਾ ਲੋਕ ਮੇਰੀ ਪ੍ਰਸ਼ੰਸਾ ਕਰ ਰਹੇ ਸੀ। ਮੈਂ ਆਪਣੀ ਪ੍ਰਸ਼ੰਸਾ ਨੂੰ ਸੁਣ ਕੇ ਬੜਾ ਖੁਸ਼ ਹੋ ਰਿਹਾ ਸੀ, ਪਰ ਕਹਿੰਦੇ ਮੈਂ ਇਹ ਨਹੀਂ ਸੀ ਜਾਣਦਾ ਕਿ ਇਹ ਸਮਾਂ ਮੇਰੀ ਉਡੀਕ ਕਰ ਰਿਹਾ ਸੀ। ਇਸੇ ਹੀ ਤਰ੍ਹਾਂ ਕਹਿੰਦੇ ਪਿਤਾ ਜੀ ਦੀ ਦੇਹਾਂਤ ਤੋਂ ਬਾਅਦ ਕੁਝ ਸਮੇਂ ਬਾਅਦ ਮੇਰੇ ਮਾਤਾ ਜੀ ਵੀ ਅਕਾਲ ਚਲਾਣਾ ਕਰ ਗਏ। ਹੁਣ ਮੈਂ ਬਿਲਕੁਲ ਆਜ਼ਾਦ ਸੀ, ਪਰ ਇਧਰੋਂ ਮੇਰੇ ਪੁੱਤਰ ਵੱਡੇ ਹੋ ਚੁੱਕੇ ਸਨ। ਮੈਂ ਵੱਡਾ ਵਪਾਰੀ ਬਣ ਗਿਆ ਸੀ। ਮੈਂ ਆਪਣੇ ਪੁੱਤਰਾਂ ਦਾ ਵਿਆਹ ਵੱਡੇ ਵਪਾਰੀਆਂ ਦੇ ਘਰ ਕਰ ਦਿੱਤਾ ਤਾਂ ਜੋ ਮੇਰਾ ਵਪਾਰ ਹੋਰ ਅੱਗੇ ਵਧ ਸਕੇ। ਕਹਿੰਦੇ ਮੇਰੇ ਪੁੱਤਰ ਮੇਰੇ ਵਪਾਰ ਦੇ ਵਿੱਚ ਹੱਥ ਵਟਾਉਣ ਲੱਗੇ, ਪਰ ਕਹਿੰਦੇ ਆ ਨਾ ਕਿ ਸਮਾਂ ਫਿਰ ਮੁੜ ਕੇ ਆਉਂਦਾ ਹੈ। ਕਹਿੰਦੇ ਜੋ ਮੈਂ ਆਪਣੇ ਪਿਤਾ ਦੇ ਨਾਲ ਕੀਤਾ ਸੀ ਉਹੀ ਕੰਮ ਮੇਰੇ ਪੁੱਤਰ ਮੇਰੇ ਨਾਲ ਕਰਨ ਲੱਗੇ। ਇੱਕ ਦਿਨ ਮੇਰੇ ਪੁੱਤਰ ਮੇਰੇ ਪਾਸ ਆ ਕੇ ਮੈਨੂੰ ਕਹਿਣ ਲੱਗੇ ਕਿ ਹੁਣ ਤੁਸੀਂ ਬਜ਼ੁਰਗ ਹੋ ਗਏ ਹੋ, ਸਾਰਾ ਕੁਝ ਮੇਰੇ ਨਾਮ ਕਰ ਦੋ। ਪਰ ਕਹਿੰਦੇ ਮੈਂ ਉਹਨਾਂ ਨੂੰ ਟੁੱਟ ਕੇ ਪੈ ਗਿਆ। ਮੈਂ ਕਿਹਾ ਕਿ ਮੈਂ ਜੀਂਦੇ ਜੀ ਤੁਹਾਡੇ ਨਾਮ ਇਹ ਸਭ ਕੁਝ ਕਿੰਜ ਕਰ ਸਕਦਾ ਹਾਂ, ਮੈਂ ਅਜੇ ਜਿਉਂਦਾ ਹਾਂ। ਤੇ ਕਹਿੰਦੇ ਉਸ ਦਿਨ ਤੋਂ ਬਾਅਦ ਮੈਂ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਜਿਵੇਂ ਮੇਰੇ ਪੁੱਤਰ ਅਤੇ ਨੌਹਾਂ ਦੀ ਨਜ਼ਰ ਦੇ ਵਿੱਚ ਮੈਂ ਇੱਕ ਬੋਝ ਬਣ ਗਿਆ ਹਾਂ। ਉਹ ਮੇਰੇ ਤੋਂ ਪਿੱਛਾ ਛਡਵਾਉਣਾ ਚਾਹੁੰਦੇ ਨੇ ਅਤੇ ਉਹ ਸਾਰਾ ਸੀਨ ਮੇਰੀਆਂ ਅੱਖਾਂ ਦੇ ਅੱਗੇ ਘੁੰਮ ਗਿਆ ਜੋ ਮੈਂ ਆਪਣੇ ਪਿਤਾ ਜੀ ਦੇ ਨਾਲ ਕੀਤਾ ਸੀ। ਹੁਣ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਸੀ। ਜੋ ਮੈਂ ਆਪਣੇ ਪਿਤਾ ਦੇ ਨਾਲ ਕੀਤਾ ਉਹੀ ਗੱਲਾਂ ਮੇਰੇ ਨਾਲ ਹੋਣੀਆਂ ਸੀ। ਤਾਂ ਮੈਂ ਇੱਕ ਦਿਨ ਆਪਣੇ ਪੁੱਤਰਾਂ ਨੂੰ ਆਪਣੇ ਕੋਲ ਬੁਲਾ ਕੇ ਪੁੱਛਿਆ ਕਿ ਚਲੋ ਮੈਂ ਤੁਹਾਡੇ ਨਾਮ ਸਾਰੀ ਜ਼ਮੀਨ ਜਾਇਦਾਦ ਕਰ ਦਿੰਦਾ ਹਾਂ, ਜ਼ਿੰਮੇਵਾਰੀਆਂ ਤੋਂ ਮੁਕਤ ਹੋ ਜਾਣਾ ਹਾਂ। ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਮੇਰੀ ਅੰਤਮ ਯਾਤਰਾ ਕਿਸ ਤਰ੍ਹਾਂ ਕੱਢੋਗੇ। ਤੇ ਕਹਿੰਦੇ ਵੱਡੇ ਪੁੱਤਰ ਨੇ ਕਿਹਾ ਕਿ ਮੈਂ ਤੁਹਾਡੀ ਅੰਤਮ ਯਾਤਰਾ ਬੜੀ ਧੂਮਧਾਮ ਦੇ ਨਾਲ ਕੱਢਾਂਗਾ, ਲੋਕ ਦੇਖ ਕੇ ਹੈਰਾਨ ਹੋਣਗੇ। ਕਹਿੰਦੇ ਜੇ ਵੱਡਾ ਬੋਲ ਰਿਹਾ ਸੀ, ਛੋਟੇ ਨੇ ਵਿੱਚੋਂ ਬੋਲਣਾ ਸ਼ੁਰੂ ਕਰ ਦਿੱਤਾ। ਉਹਨੇ ਉਸ ਤੋਂ ਵੀ ਜ਼ਿਆਦਾ ਧੂਮਧਾਮ ਦੇ ਨਾਲ ਅੰਤਮ ਯਾਤਰਾ ਕੱਢਣ ਦੀ ਗੱਲ ਕੀਤੀ। ਦੋਵੇਂ ਆਪਸ ਦੇ ਵਿੱਚ ਬਹਿਸਣ ਲੱਗ ਗਏ। ਨੌਵਾਂ ਵੀ ਆਪਸ ਦੇ ਵਿੱਚ ਬਹਿਸ ਕਰਨ ਲੱਗੀਆਂ ਕਿ ਨਹੀਂ ਅਸੀਂ ਇੰਜ ਕਰਾਂਗੇ, ਅਸੀਂ ਉਂਝ ਕਰਾਂਗੇ। ਤੇ ਕਹਿੰਦੇ ਮੈਂ ਸੋਚ ਰਿਹਾ ਸੀ ਕਿ ਮੇਰੀ ਹੀ ਕਮਾਈ ਹੋਈ ਧਨ ਦੌਲਤ ਦਾ ਮੇਰੇ ਨਾਲ ਸੌਦਾ ਕਰ ਰਹੇ ਨੇ। ਕਹਿੰਦੇ ਉਸ ਵੇਲੇ ਮੈਂ ਇਹ ਗੱਲ ਸੋਚ ਰਿਹਾ ਸੀ ਕਿ ਇਹ ਪੈਸਾ ਜਿਹਨੂੰ ਮੈਂ ਇਕੱਠਾ ਕਰਨ ਦੇ ਵਿੱਚ ਆਪਣੀ ਸਾਰੀ ਉਮਰ ਲਗਾ ਦਿੱਤੀ, ਨਾ ਦਿਨ ਵੇਖਿਆ ਨਾ ਰਾਤ ਵੇਖਿਆ, ਪਰ ਇਹੀ ਪੈਸਾ ਆਖਰ ਮੇਰਾ ਵੈਰੀ ਬਣ ਗਿਆ ਹੈ। ਇਸ ਪੈਸੇ ਕਰਕੇ ਮੇਰੇ ਪੁੱਤਰ ਮੇਰੀਆਂ ਨੌਹਾਂ ਮੇਰੇ ਤੋਂ ਪਿੱਛਾ ਛਡਵਾਉਣਾ ਚਾਹ ਰਹੀਆਂ ਨੇ। ਇਹ ਪੈਸੇ ਕਰਕੇ ਹੀ ਮੇਰੇ ਪੁੱਤਰਾਂ ਦੇ ਵਿੱਚ ਆਪਸ ਵਿੱਚ ਨਫ਼ਰਤ ਵੈਰ ਵਿਰੋਧ ਹੋ ਗਿਆ ਹੈ। ਮੈਂ ਉਸ ਵੇਲੇ ਸੋਚ ਰਿਹਾ ਸੀ ਕਿ ਰੱਬ ਨੇ ਮੈਨੂੰ ਕਿੰਨੀ ਸੋਹਣੀ ਜ਼ਿੰਦਗੀ ਦਿੱਤੀ ਸੀ। ਮੈਂ ਆਪਣੀ ਇਸ ਜ਼ਿੰਦਗੀ ਦੇ ਵਿੱਚ ਐਸੇ ਕੰਮ ਕਰ ਸਕਦਾ ਸੀ ਜਿਸ ਕਰਕੇ ਦੁਨੀਆ ਮੈਨੂੰ ਮਰਨ ਤੋਂ ਬਾਅਦ ਵੀ ਯਾਦ ਕਰਦੀ। ਮੈਂ ਆਪਣੀ ਇਸ ਸੋਹਣੀ ਜ਼ਿੰਦਗੀ ਨੂੰ, ਆਪਣੇ ਹੋਏ ਕਮਾਏ ਪੈਸੇ ਨੂੰ ਕਿਸੇ ਦੂਸਰੇ ਦੀ ਜ਼ਿੰਦਗੀ ਬਦਲਣ ਤੇ, ਕਿਸੇ ਦੂਸਰੇ ਦੀ ਜ਼ਿੰਦਗੀ ਨੂੰ ਸਵਾਰਨ ਤੇ ਲਾ ਸਕਦਾ ਸੀ, ਤਾਂ ਵੀ ਮੇਰੀ ਇਸ ਧਨ ਦੌਲਤ ਦੇ ਵਿੱਚ ਕਮੀ ਨਹੀਂ ਸੀ ਆਉਣੀ। ਪਰ ਮੈਂ ਕਦੇ ਵੀ ਇਸ ਬਾਰੇ ਨਹੀਂ ਸੋਚਿਆ। ਮੈਂ ਇਸ ਧਨ ਦੌਲਤ ਨੂੰ ਜੋੜਦਾ ਰਿਹਾ। ਪਹਿਲਾਂ ਆਪਣੇ ਲਈ ਜੋੜਦਾ ਰਿਹਾ, ਫਿਰ ਆਪਣੇ ਬੱਚਿਆਂ ਦੇ ਲਈ। ਪਰ ਆਖਰਕਾਰ ਇਸ ਦੌਲਤ ਨੇ ਮੈਨੂੰ ਕੀ ਦਿੱਤਾ? ਇਸ ਦੌਲਤ ਨੇ ਮੈਨੂੰ ਕੁਝ ਵੀ ਨਹੀਂ ਦਿੱਤਾ। ਜੋ ਮੇਰੇ ਕੋਲ ਪਹਿਲਾਂ ਤੋਂ ਸੀ ਮੈਂ ਇਸ ਧਨ ਦੌਲਤ ਕਰਕੇ ਉਹ ਵੀ ਗਵਾ ਲਿਆ। ਪਹਿਲਾਂ ਜਵਾਨੀ ਦੇ ਵਿੱਚ ਮੈਂ ਆਪਣੇ ਮਨ ਦਾ ਚੈਨ, ਸਕੂਨ, ਆਪਣੇ ਖੁਸ਼ੀ ਦੇ ਪਲ ਗਵਾ ਬੈਠਾ। ਫਿਰ ਬੁਢਾਪੇ ਦੇ ਵਿੱਚ ਆਪਣੇ ਬੱਚਿਆਂ ਦੇ
ਮਨ ਦੇ ਵਿੱਚੋਂ ਆਪਣੇ ਪ੍ਰਤੀ ਸਤਿਕਾਰ ਗਵਾ ਦਿੱਤਾ, ਪ੍ਰਾਪਤ ਕੀਤੀ ਨਫ਼ਰਤ। ਹੁਣ ਤੱਕ ਮੈਂ ਇਸੇ ਘਮੰਡ ਦੇ ਵਿੱਚ ਸੀ, ਇਸੇ ਮਾਣ ਹੰਕਾਰ ਦੇ ਵਿੱਚ ਸੀ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਪ੍ਰਾਪਤ ਕੀਤਾ ਹੈ। ਪਰ ਜਦ ਉਸ ਦਿਨ ਆਪਣੇ ਬੱਚਿਆਂ ਨੂੰ ਇਸ ਜ਼ਮੀਨ ਜਾਇਦਾਦ ਕਰਕੇ ਲੜਦਿਆਂ ਝਗੜਦਿਆਂ ਦੇਖਿਆ, ਉਹਨਾਂ ਦੇ ਅੱਖਾਂ ਦੇ ਵਿੱਚ ਆਪਣੇ ਆਪ ਨੂੰ ਬੋਝ ਬਣਦਾ ਦੇਖਿਆ, ਤਾਂ ਫਿਰ ਸੋਚਿਆ ਕਿ ਮੈਂ ਪ੍ਰਾਪਤ ਕੁਝ ਵੀ ਨਹੀਂ ਕੀਤਾ, ਮੈਂ ਤਾਂ ਸਿਰਫ ਗਵਾਇਆ ਏ। ਮੈਂ ਉਸ ਵੇਲੇ ਬੈਠਾ ਸੋਚ ਰਿਹਾ ਸੀ ਕਿ ਮੈਂ ਆਪਣੇ ਹੱਥੀਂ ਕਿੰਨੇ ਲੋਕਾਂ ਨੂੰ ਤੋਰਿਆ, ਇਸ ਜਹਾਨ ਨੂੰ ਛੱਡਦਿਆਂ ਹੋਇਆਂ ਦੇਖਿਆ। ਮੇਰੇ ਪਿਤਾ ਜੀ, ਮੇਰੀ ਮਾਤਾ, ਮੇਰੀ ਪਤਨੀ, ਮੈਂ ਆਪਣੇ ਹੱਥੀਂ ਉਹਨਾਂ ਨੂੰ ਸ਼ਮਸ਼ਾਨ ਘਾਟ ਤੱਕ ਲੈ ਕੇ ਗਿਆ, ਪਰ ਫਿਰ ਵੀ ਨਹੀਂ ਸਮਝ ਸਕਿਆ ਕਿ ਮੇਰਾ ਵੀ ਸਫ਼ਰ ਇੱਥੇ ਆ ਕੇ ਖਤਮ ਹੋਵੇਗਾ ਅਤੇ ਮੈਨੂੰ ਖਾਲੀ ਹੱਥ ਜਾਣਾ ਪਵੇਗਾ। ਪਰ ਮੈਂ ਤਾਂ ਇਸ ਦੁਨੀਆ ਦੇ ਉੱਤੇ ਆ ਕੇ ਇਸ ਦੁਨੀਆ ਦਾ ਮਾਲਕ ਬਣ ਕੇ ਬੈਠ ਗਿਆ। ਕਹਿੰਦੇ ਉਸ ਵੇਲੇ ਮੈਂ ਆਪਣੇ ਬੀਤੇ ਹੋਏ ਕੱਲ ਬਾਰੇ ਸੋਚ ਕੇ ਪਛਤਾ ਰਿਹਾ ਸੀ। ਇਸੇ ਕਰਕੇ ਮੈਂ ਆਪਣੇ ਘਰ-ਬਾਰ, ਜ਼ਮੀਨ ਜਾਇਦਾਦ ਸਭ ਕੁਝ ਛੱਡ ਕੇ ਆ ਗਿਆ, ਸਭ ਕੁਝ ਆਪਣੇ ਧੀਆਂ ਪੁੱਤਰਾਂ ਦੇ ਨਾਮ ਲਗਵਾ ਦਿੱਤਾ। ਹੁਣ ਮੈਂ ਆਪਣੀ ਜ਼ਿੰਦਗੀ ਦੇ ਆਖਰੀ ਪਲ ਸਕੂਨ ਦੇ ਨਾਲ ਜੀਣਾ ਚਾਹੁੰਦਾ ਹਾਂ। ਤਾਂ ਸੰਤ ਜੀ ਨੇ ਕਿਹਾ ਕਿ ਬੇਸ਼ੱਕ ਤੁਸੀਂ ਆਪਣੀ ਜ਼ਿੰਦਗੀ ਦਾ ਬਹੁਤ ਸਾਰਾ ਹਿੱਸਾ ਅਗਿਆਨਤਾ ਦੇ ਵਿੱਚ ਗੁਜ਼ਾਰ ਦਿੱਤਾ ਹੈ, ਪਰ ਗਿਆਨ ਦਾ ਤਾਂ ਇੱਕ ਪਲ ਹੀ ਬਹੁਤ ਹੁੰਦਾ ਹੈ। ਤੁਹਾਨੂੰ ਹੁਣ ਗਿਆਨ ਦਾ ਚਾਨਣ ਹੋਇਆ ਹੈ, ਇਸ ਕਰਕੇ ਤੁਸੀਂ ਆਉਣ ਵਾਲੀ ਜ਼ਿੰਦਗੀ ਇਸ ਗਿਆਨ ਦੇ ਨਾਲ ਜੀਣੀ ਆ। ਬਚੀ ਹੋਈ ਜ਼ਿੰਦਗੀ ਨੂੰ ਪੂਰਨਤਾ ਦੇ ਨਾਲ ਦੇਖਣਾ ਹੈ। ਜੋ ਪਿੱਛੇ ਅਤੀਤ ਵਿੱਚ ਹੋ ਗਿਆ ਉਹਨੂੰ ਸੋਚ ਕੇ ਪਛਤਾਉਣਾ ਨਹੀਂ, ਭਵਿੱਖ ਬਾਰੇ ਸੋਚਣਾ ਨਹੀਂ, ਵਰਤਮਾਨ ਦੇ ਵਿੱਚ ਰਹਿ ਕੇ ਜੀਣਾ ਹੈ। ਵਰਤਮਾਨ ਦੇ ਵਿੱਚ ਇਹਨਾਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਨੂੰ ਮਾਣਨਾ ਹੈ। ਹੋਸ਼ ਵਿੱਚ ਰਹਿ ਕੇ ਜ਼ਿੰਦਗੀ ਨੂੰ ਜਿਉਣਾ, ਇਹੀ ਅਸਲ ਜ਼ਿੰਦਗੀ ਆ। ਇਹ ਕਹਾਣੀ ਸਾਨੂੰ ਵੀ ਬਹੁਤ ਕੁਝ ਸਿਖਾਉਂਦੀ ਆ, ਕਿਉਂਕਿ ਇਹ ਕਹਾਣੀ ਸਿਰਫ ਉਸ ਬਜ਼ੁਰਗ ਦੀ ਨਹੀਂ ਸੀ, ਇਹ ਸਾਡੀ ਸਭ ਦੀ ਆ। ਕਿਸੇ ਦੀ ਕਹਾਣੀ ਇਹ ਪੂਰੀ ਹੋ ਚੁੱਕੀ ਹੈ, ਕਿਸੇ ਦੀ ਕਹਾਣੀ ਅਧੂਰੀ ਆ, ਅੱਗੇ ਜਾ ਕੇ ਪੂਰੀ ਹੋ ਜਾਣੀ ਆ। ਤਾਂ ਕਿਉਂ ਨਾ ਆਪਾਂ ਵੀ ਬਾਅਦ ਵਿੱਚ ਪਛਤਾਉਣ ਦੇ ਨਾਲੋਂ ਹੁਣ ਹੀ ਸੰਭਲ ਜਾਈਏ, ਹੁਣ ਹੀ ਸੋਚ ਸਮਝ ਕੇ ਚੱਲੀਏ।